ਤੇ ਇਹਨਾਂ ਦੀ ਇੰਨੀ ਹਾਲਤ ਮਾੜੀ ਸੀ ਕਿ ਜਿੱਦਾਂ ਬੈਲੇਟਾਈਲ ਡਾਲਣ ਦੀ ਲੋੜ ਸੀ। ਪਰ ਡਾਕਟਰ ਸਾਹਿਬ ਨੇ ਬਹੁਤ ਵਧੀਆ ਸਾਫ਼ ਨੇਕ ਨਾਲ ਇਹਨਾਂ ਦਾ ਇਲਾਜ ਕੀਤਾ। ਹੁਣ ਇੰਨਾ ਕੁ ਫਰਕ ਹੈ, ਹੁਣ 1-2 ਦਿਨ ਤੱਕ ਕਹਿੰਦੇ ਤੁਹਾਨੂੰ ਛੁੱਟੀ ਮਿਲ ਜਾਏ। ਇਹ ਬਹੁਤ ਬਿਮਾਰ ਸੀ, ਅਸੀਂ 5 ਹਸਪਤਾਲ ਫਿਰ ਆਏ ਹਾਂ, ਸਾਨੂੰ ਕਿਤੇ ਨਹੀਂ ਫਾਇਦਾ ਹੋਇਆ। ਇਹਦਾ ਬਲੱਡ ਵੀ ਬਹੁਤ ਬਾਥਰੂਮ ਰਹਿ ਜਾਂਦਾ ਸੀ, ਉਹ ਵੀ ਕਿ ਬੋਲਦੇ ਵੀ ਇੱਧਰ ਲੈ ਜਾਓ, ਮੈਨੂੰ ਹਸਪਤਾਲ ਦਾ ਨਾਂ ਨਹੀਂ ਆਉਂਦਾ, ਚਿੰਤਪੁਰਨੀ, ਕਹਿੰਦੇ ਉੱਥੇ ਲੈ ਜਾਓ ਤਾਂ ਅੱਛਾ ਹੋਏਗਾ। ਅੱਛਾ ਹੋ ਗਿਆ, ਬਾਥਰੂਮ ਵੀ ਅੱਛਾ ਹੋ ਗਿਆ, ਪੂਰਾ ਹੀ ਅੱਛਾ ਹੋ ਗਿਆ। ਅਸੀਂ ਦੂਰ ਜਾਣ ਦੀ ਬਜਾਏ ਮੈਂ ਇੱਥੇ ਆਉਣਾ ਠੀਕ ਸਮਝਿਆ। ਇੱਥੇ ਇੱਕ ਦਿਨ ਪਹਿਲਾਂ ਪਤਾ ਕਰਕੇ ਗਏ ਤੇ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਲਿਆਓ ਪੇਸ਼ੈਂਟ ਨੂੰ। ਇੱਥੇ ਇਹਨਾਂ ਨੇ ਬੜੀ ਕੇਅਰ ਕੀਤੀ, ਅੱਛਾ ਇਲਾਜ ਕੀਤਾ, ਟਾਈਮ ਟੂ ਟਾਈਮ ਹਰ ਚੀਜ਼ ਦੀ ਕੇਅਰ ਕਰਕੇ ਤੇ ਮੈਨੂੰ ਅੱਜ ਬਿਲਕੁਲ ਸੈੱਟ ਕਰ ਦਿੱਤਾ। ਦਰਸ਼ਨਾ ਕਿੱਥੋਂ ਆਏ? ਅਸੀਂ ਆਏ ਹਾਂ ਤਾਰਾਗੜ੍ਹੋਂ। ਕੀ ਸਮੱਸਿਆ ਆ ਰਹੀ ਤੁਹਾਨੂੰ? ਮੈਨੂੰ ਹਾਰਟ ਦਾ ਨੁਕਸ ਸੀ, ਹਾਂਜੀ, ਤੇ ਮਤਲਬ ਹੁਣ ਹਾਰਟ ਦਾ ਨੁਕਸ ਠੀਕ ਹੈ। ਕਦੋਂ ਐਡਮਿਟ ਹੋਏ ਸੀ? ਹਾਂਜੀ, ਮਤਲਬ 28 ਤਰੀਕ ਨੂੰ ਹੋਏ। ਪਹਿਲੇ ਨਾਲੋਂ ਠੀਕ ਫੀਲ ਕਰ ਰਹੇ ਹੋ? ਹਾਂਜੀ। ਵਧੀਆ ਲੱਗ ਰਿਹਾ ਪਹਿਲਾਂ ਨਾਲੋਂ? ਹੈ ਪਹਿਲੇ ਨਾਲੋਂ ਸੇ ਠੀਕ ਹੈ? ਹਾਂ, ਹੁਣ ਫਰਕ ਹੈ, ਠੀਕ ਹੈ ਮੈਨੂੰ। ਡਾਕਟਰ ਪ੍ਰੋਪਰ ਚੈੱਕ ਕਰ ਰਹੇ ਹੋ? ਹਾਂਜੀ। ਕੋਈ ਸੁਵਿਧਾ 'ਚ ਕੋਈ ਕਮੀ ਪੇਸ਼ੀ ਕੋਈ? ਨਹੀਂ, ਬਿਲਕੁਲ ਠੀਕ ਠਾਕ ਹੈ। ਬਾਹਰਲੇ ਹਸਪੀਟਲ ਨਾਲੋਂ ਤਾਂ ਇਸ ਹਸਪੀਟਲ 'ਚ ਕੋਈ ਫਰਕ ਨਜ਼ਰ ਆਇਆ? ਨਹੀਂ, ਬਿਲਕੁਲ ਠੀਕ ਠਾਕ ਹੈ। ਮੇਥੋਂ ਇੱਥੇ ਠੀਕ ਹੋ ਗਈ ਤੇ ਠੀਕ ਹੀ ਹੋ ਗਈ। ਹਾਂਜੀ। ਹਾਂਜੀ ਬਾਬਾ, ਕੀ ਨਾਮ ਆਪਣਾ? ਪ੍ਰਸਾਦ ਸਿੰਘ ਕਿੱਥੋਂ ਆਏ ਸੀ? ਚੁਹਾਣੇ ਵਾਲੇ। ਕੀ ਸਮੱਸਿਆ ਸੀ ਤੁਹਾਨੂੰ? ਇਹ ਮੇਰੇ ਪੱਥਰੀ ਤੇ ਗਦੂਦਾ ਸੀ ਤੇ ਪਿਸ਼ਾਬ ਬਾਰ ਆਉਂਦਾ ਤੇ ਉਹਦੇ ਕਾਰਨ ਪ੍ਰਸ਼ਨ ਕਰਾਇਆ। ਕਿੰਨੇ ਦਿਨ ਹੋ ਗਏ ਇੱਥੇ ਆਏ? ਉਹ ਅੱਜ 7 ਦਿਨ 8 ਦਿਨ ਹੀ ਹੋ ਗਏ। ਡਾਕਟਰ ਪ੍ਰੋਪਰ ਚੈੱਕ ਕਰ ਰਹੇ ਹੋ? ਹਾਂਜੀ, ਕੋਈ ਕਮੀ ਪੇਸ਼ੀ? ਕੋਈ ਨਹੀਂ। ਬਾਹਰਲੇ ਹਸਪੀਟਲ ਤੇ ਇਸ ਹਸਪੀਟਲ 'ਚ ਕੁਛ ਫਰਕ ਨਜ਼ਰ ਆਇਆ ਤੁਹਾਨੂੰ? ਹਾਂ, ਬੜਾ ਕੁਝ ਆਇਆ ਤੇ ਸਭ ਕੁਝ ਮੈਂ ਹਾਸਤ ਹੋਈ ਹੈ। ਪੂਰਾ ਹੈਲਥ ਕਾਰਡ ਬਣਿਆ ਪਿਆ? ਹਾਂਜੀ ਚੱਲ ਰਿਹਾ ਪੂਰਾ? ਹਾਂਜੀ। ਹਾਂਜੀ ਸਰ, ਕੀ ਨਾਮ ਆਪਣਾ? ਅਸ਼ਵਨੀ ਕੁਮਾਰ ਜੀ, ਸਰ ਕਿੱਥੋਂ ਆਏ ਹੋ? ਕਨਿਆੜ ਤੋਂ ਜੀ। ਸਰ ਕੀ ਸਮੱਸਿਆ ਸੀ ਤੁਹਾਨੂੰ? ਸਮੱਸਿਆ ਇਨਫੈਕਸ਼ਨ ਬਹੁਤ ਜ਼ਿਆਦਾ ਸੀ ਜੀ। ਤੇ ਕਿੰਨੇ ਦਿਨ ਹੋ ਗਏ ਇੱਥੇ ਭਰਤੀ ਹੋਏ? ਇੱਥੇ 10-12-13 ਦਿਨ ਹੋ ਗਿਆ ਜੀ। ਤੇ ਪਹਿਲੇ ਨਾਲੋਂ ਬੈਟਰ ਫੀਲ ਕਰ ਰਹੇ ਹੋ? ਬਹੁਤ ਵਧੀਆ ਜੀ, ਕੋਈ ਫੈਸਿਲਿਟੀ 'ਚ ਕੋਈ ਕਮੀ ਪੇਸ਼ੀ? ਕੋਈ ਕਮੀ ਪੇਸ਼ੀ ਨਹੀਂ ਜੀ। ਚਿੰਤਪੁਰਨੀ ਹਸਪੀਟਲ ਬਹੁਤ ਵਧੀਆ ਜੀ, ਤੇ ਬਾਹਰਲੇ ਹਸਪੀਟਲ ਤੇ ਇਸ ਹਸਪੀਟਲ 'ਚ ਕੁਛ ਫਰਕ ਨਜ਼ਰ ਆਇਆ? ਬਹੁਤ ਜ਼ਿਆਦਾ ਜੀ, ਕਿੱਦਾਂ ਦਾ ਵਿਵਹਾਰ ਹੈ ਸਟਾਫ ਦਾ? ਬਹੁਤ ਵਧੀਆ ਜੀ। ਕੁਛ ਕਹਿਣਾ ਚਾਹੁੰਦੇ ਹੋ ਹਸਪੀਟਲ ਵਾਸਤੇ? ਹਾਂਜੀ, ਡਾਕਟਰ ਜਾਹਿਰ ਨੇ ਜੀ ਬਹੁਤ ਵਧੀਆ ਇਲਾਜ ਕੀਤਾ ਮੇਰਾ ਜੀ। ਇਨਫੈਕਸ਼ਨ ਬਹੁਤ ਜ਼ਿਆਦਾ ਸੀ, ਠੀਕ ਠਾਕ ਹੋ ਗਈ ਹੈ। ਅਸੀਂ ਗੁਰਦਾਸਪੁਰੋਂ ਆਏ ਹਾਂ। ਇਹ ਬਹੁਤ ਬਿਮਾਰ ਸੀ, ਅਸੀਂ 5 ਹਸਪਤਾਲ ਫਿਰ ਆਏ ਹਾਂ, ਸਾਨੂੰ ਕਿਤੇ ਨਹੀਂ ਫਾਇਦਾ ਹੋਇਆ। ਇਹਦਾ ਬਲੱਡ ਵੀ ਬਹੁਤ ਬਾਥਰੂਮ ਰਹਿ ਜਾਂਦਾ ਸੀ, ਉਹ ਵੀ ਕਿ ਬੋਲਦੇ ਵੀ ਇੱਧਰ ਲੈ ਜਾਓ, ਮੈਨੂੰ ਹਸਪਤਾਲ ਦਾ ਨਾਂ ਨਹੀਂ ਆਉਂਦਾ, ਚਿੰਤਪੁਰਨੀ, ਕਹਿੰਦੇ ਉੱਥੇ ਲੈ ਜਾਓ ਤਾਂ ਅੱਛਾ ਹੋਏਗਾ। ਅੱਛਾ ਹੋ ਗਿਆ, ਬਾਥਰੂਮ ਵੀ ਅੱਛਾ ਹੋ ਗਿਆ, ਪੂਰਾ ਹੀ ਅੱਛਾ ਹੋ ਗਿਆ। ਬਹੁਤ ਅੱਛਾ ਹਸਪਤਾਲ ਹੈ, ਮੁਲਾਜ਼ਮ ਵੀ ਬਹੁਤ ਅੱਛੇ, ਅੱਛੀ ਕੇਅਰ ਕਰਦੇ ਆ। ਹਾਂਜੀ, ਹੁਣ ਠੀਕ। ਕਿੰਨੇ ਦਿਨ ਹੋ ਗਏ ਮਾਤਾ ਜੀ ਇੱਥੇ ਆਏ? ਸਾਨੂੰ ਇਹ ਦੂਸਰਾ ਹਫ਼ਤਾ ਲੱਗਿਆ ਵਾ, ਜੇ ਹੋਇਆ ਨਹੀਂ ਹੈ ਤੇ ਚਲੋ ਹਸਪੀਟਲ ਕਿਤੇ ਨਹੀਂ? ਇਸੇ ਤਰ੍ਹਾਂ ਹੀ ਆ। ਇੱਕ ਦਿਨ ਉਹਨਾਂ ਦਾ ਬਹੁਤ ਖਰਾਬ, ਪੈਰ ਰੱਖਣ ਨੂੰ ਦਿਲ ਨਹੀਂ ਕਰਦਾ, ਖਰਾਬੀ ਬੜੀ ਆ। ਤੇ ਹਸਪਤਾਲ ਹੀ ਬਹੁਤ ਅੱਛਾ ਹਸਪਤਾਲ ਹੈ। ਤੇ ਮਾਤਾ ਤੁਹਾਡੇ ਤੇ ਹੈਲਥ ਕਾਰਡ ਚੱਲ ਰਿਹਾ? ਹਾਂਜੀ ਹੈਲਥ ਕਾਰਡ ਜਿਹੜਾ ਬੜੇ ਸਰਕਾਰ ਵੱਲੋਂ ਉਹ ਚੱਲ ਰਿਹਾ ਫਿਰ ਉਹਦਾ? ਹਾਂਜੀ, ਕਾਰਡ ਚੱਲਣ ਡਿਆ ਸੀ। ਪਿੱਛੇ ਤੇ ਬਹੁਤ ਪੈਸਾ ਹੀ ਖਰਾਬ ਹੋ ਗਿਆ, ਸਾਡੇ ਕੋਲ ਤਾਂ ਕੁਛ ਵੀ ਨਹੀਂ। ਸਾਡੇ ਹੁਣ ਦਵਾਈ ਜੋਗਾ, ਕਿਰਾਏ ਜੋਗਾ ਪੈਸਾ ਵੀ ਨਹੀਂ ਸਾਡੇ ਪਾਸ। ਇੱਧਰ ਸਾਡਾ ਕਾਰਡ ਚੱਲਣ ਡਿਆ ਦਾ, ਤੇ ਕਾਰਡ ਤੇ ਸਾਡੀ ਮਦਦ ਹੋਣ ਚਾਹੀਦੀ ਹੈ। ਕੀ ਨਾਮ ਮਾਤਾ ਜੀ ਆਪਣਾ? ਮੇਰਾ ਨਾਂ ਵਿਦਿਆ, ਪੇਸ਼ੈਂਟ ਦਾ ਕੀ ਨਾਮ ਹੈ? ਵੀਰ ਮਸੀਹ, ਕਿੱਥੋਂ ਆਏ ਤੁਸੀਂ? ਗੁਰਦਾਸਪੁਰ ਸੇ। ਕੀ ਨਾਮ ਕਿੱਥੋਂ ਮੇਰਾ ਨਾਮ ਮਨੀਸ਼ ਮਾਇਨ ਹੈ, ਮੇਰੇ ਡੈਡੀ ਦਾ ਨਾਮ ਜਗਮੋਹਨ ਮਾਇਨ ਹੈ। ਅਸੀਂ ਦੀਨਾਨਗਰ ਦੇ ਹਾਂ। ਜਦੋਂ ਅਸੀਂ ਇਹਨਾਂ ਨੂੰ ਲੈ ਕੇ ਆਏ, ਪਹਿਲੇ ਗਏ ਸੀ ਆਪਾਂ ਕੋਟਲੀ ਚੌਹਾਨ ਨੂੰ, ਉਹਨਾਂ ਸਾਨੂੰ ਜਵਾਬ ਦੇ ਦਿੱਤਾ। ਉਹ ਕਹਿੰਦੇ ਕਿ ਸਾਡੇ ਕੋਲ ਇੰਨੇ ਲਾਇਕ ਡਾਕਟਰ ਨਹੀਂ ਆਏ, ਤਾਂ ਤੁਸੀਂ ਇਹਨਾਂ ਨੂੰ ਚਿੰਤਪੁਰਨੀ ਲੈ ਜਾਓ। ਅਸੀਂ ਇੱਥੇ ਲੈ ਕੇ ਆਏ ਤੇ ਇਹਨਾਂ ਦੀ ਇੰਨੀ ਹਾਲਤ ਮਾੜੀ ਸੀ ਕਿ ਜਿੱਦਾਂ ਬੈਲੇਟਾਈਲ ਡਾਲਣ ਦੀ ਲੋੜ ਸੀ। ਪਰ ਡਾਕਟਰ ਸਾਹਿਬ ਨੇ ਬਹੁਤ ਵਧੀਆ ਸਾਫ਼ ਨੇਕ ਨਾਲ ਇਹਨਾਂ ਦਾ ਇਲਾਜ ਕੀਤਾ। ਹੁਣ ਇੰਨਾ ਕੁ ਫਰਕ ਹੈ, ਹੁਣ 1-2 ਦਿਨ ਤੱਕ ਕਹਿੰਦੇ ਤੁਹਾਨੂੰ ਛੁੱਟੀ ਮਿਲ ਜਾਏ। ਇਹਨਾਂ ਨੂੰ ਹਾਰਟ ਦਾ ਨੁਕਸ ਸੀ, ਕਿਡਨੀ ਦਾ ਵੀ ਨੁਕਸ ਸੀ, ਤੇ ਪਿੱਤੇ 'ਚ ਪੱਥਰੀ ਵੀ ਹੈ। ਹੁਣ ਐਲੇ ਪ੍ਰੋਬਲਮ ਬਿਲਕੁਲ ਘੱਟ ਹੈ ਤੇ ਕੋਸ਼ਿਸ਼ ਕਰ ਰਹੇ ਡਾਕਟਰ ਸਾਹਿਬ ਬਹੁਤ ਜ਼ਿਆਦਾ, ਦਿਨ ਰਾਤ ਮਿਹਨਤ ਕਰਦੇ ਆ, ਬੜੇ ਫੇਰੇ ਮਾਰਦੇ ਆ
ਸੁਭਾਅ ਵੀ ਚੰਗਾ ਇਹਨਾਂ ਦਾ ਬੋਲਣ ਦਾ। ਤੇ ਬਾਕੀ ਉਹ ਕਹਿੰਦੇ ਜੀ ਤੁਹਾਨੂੰ 1-2 ਦਿਨ ਤੱਕ ਅਸੀਂ ਛੁੱਟੀ ਦੇ ਦਾਂ। ਤੇ ਹਸਪੀਟਲ ਬਹੁਤ ਵਧੀਆ, ਸਟਾਫ ਬਹੁਤ ਵਧੀਆ, ਜਿੰਨਾ ਇੱਥੇ ਸਟਾਫ ਆ ਸਭ ਕੇਅਰ ਕਰਦੇ ਆ। ਕੋਈ ਚੀਜ਼ ਦੀ ਪ੍ਰੋਬਲਮ ਨਹੀਂ ਸਾਨੂੰ ਆਈ, ਖਾਣੇ ਖੂਣੇ ਦੀ ਵੀ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਸੇ ਚੀਜ਼ ਦੀ। ਹਾਂਜੀ, ਕੀ ਨਾਮ ਆ ਤੁਹਾਡਾ ਔਰ ਕੀ ਸਮੱਸਿਆ ਆ ਰਹੀ ਹੈ? ਮੇਰਾ ਨਾਮ ਸੁਨੀਤਾ ਵਾ। ਸਮੱਸਿਆ ਮੈਨੂੰ ਕਿਡਨੀ ਦੀ ਪ੍ਰੋਬਲਮ ਸੀ। ਬਾਥਰੂਮ ਰੁਕ ਗਏ ਦਾ ਹੀ, ਸਾਂਸ ਦੀ ਬੜੀ ਮੁਸ਼ਕਿਲ ਆ ਗਈ ਦੀ ਸੀ। ਫਿਰ ਮੈਨੂੰ ਚੰਡੀਗੜ੍ਹ ਲੈ ਕੇ ਗਏ। ਉੱਥੇ ਉਹਨਾਂ ਨੇ ਕਿਡਨੀਆਂ ਵਿੱਚ ਉਹ ਪਾਏ ਸਟੋਨ ਨਹੀਂ, ਉਹ ਆਪਣੇ ਸੈੱਲ ਉਹ ਪਾਏ। ਉਹਦੇ ਨਾਲ ਕਾਫੀ ਇੰਪਰੂਵਮੈਂਟ ਹੋਈ। ਬਾਥਰੂਮ ਜਿਹੜਾ ਰੁਕੇ ਦਾ ਸੀ ਉਹ ਆ ਗਿਆ, ਸਾਂਸ ਵੀ ਮੇਰੀ ਠੀਕ ਚੱਲ ਗਈ। ਫਿਰ ਉੱਥੇ ਮੈਨੂੰ ਉਹਨਾਂ ਨੇ ਮੰਗਲਵਾਰ ਇਨਵਾਈਟ ਕੀਤੇ ਦਾ ਸੀ। ਮੈਂ ਉੱਥੇ ਜਾਣ ਦੀ ਬਜਾਏ, ਉੱਥੇ ਦੂਰ ਬੜਾ ਲੱਗਦਾ ਸੀ, ਦੂਰ ਜਾਣ ਦੀ ਬਜਾਏ ਮੈਂ ਇੱਥੇ ਆਉਣਾ ਠੀਕ ਸਮਝਿਆ। ਇੱਥੇ ਇੱਕ ਦਿਨ ਪਹਿਲਾਂ ਪਤਾ ਕਰਕੇ ਗਏ ਅਤੇ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਲਿਆਓ ਪੇਸ਼ੈਂਟ ਨੂੰ। ਇੱਥੇ ਇਹਨਾਂ ਨੇ ਬੜੀ ਕੇਅਰ ਕੀਤੀ, ਅੱਛਾ ਇਲਾਜ ਕੀਤਾ, ਟਾਈਮ ਟੂ ਟਾਈਮ ਹਰ ਚੀਜ਼ ਦੀ ਕੇਅਰ ਕਰਕੇ ਅਤੇ ਮੈਨੂੰ ਅੱਜ ਬਿਲਕੁਲ ਸੈੱਟ ਕਰ ਦਿੱਤਾ। ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ admit? ਮੈਂ ਸੋਮਵਾਰ ਆਈ ਸੀ। ਤੇ ਸਟਾਫ ਦਾ ਵਿਵਹਾਰ ਕਿੱਦਾਂ ਦਾ? ਸਟਾਫ ਬਹੁਤ ਅੱਛਾ, ਮਿੰਟ ਬਾਅਦ ਕੇਅਰ ਕਰਦੇ ਪਏ ਨੇ, ਮਿੰਟ ਬਾਅਦ ਪੁੱਛਣ ਆਉਂਦੇ ਪਏ ਨੇ, ਬੜੇ ਅੱਛੇ ਨੇ ਸਾਰੇ। ਜਿਹੜਾ ਆਪਣਾ ਇਲਾਜ ਹੋ ਰਿਹਾ ਇਹ ਹੈਲਥ ਕਾਰਡ ਦੇ ਥਰੂ ਹੋ ਰਿਹਾ? ਹਾਂਜੀ। ਕੋਈ ਪੈਸਾ ਲੱਗਿਆ? ਇਸੇ ਤਾਂ ਨਹੀਂ ਪਤਾ। नमस्कार, सत श्री अकाल। मैं डॉक्टर जाहिद हूँ। मैं आईसीयू और इमरजेंसी का हेड हूँ यहाँ पे और इंचार्ज हॉस्पिटल हूँ। मेरी पढ़ाई एम्स दिल्ली से हुई है। मैंने MBBS MD DM की है क्रिटिकल केयर मेडिसिन में। तो आप जो हमारे हॉस्पिटल में आज आए हो, आपका धन्यवाद करना चाहता हूँ। पहले आप कवर कर लीजिए, आप बात पेशेंट से आपने की भी होगी, अटेंडेंट से, जो भी जैसे वो बताते हैं वो बिल्कुल, चाहे वो गलत बोलते हैं या ठीक बोलते हैं, तो उनका व्यू जो है वही सही है। क्योंकि आप मुझसे पूछ रहे हो तो मैं ये बात बताऊंगा कि अपने काम के बारे में हम तो हमेशा अच्छा ही कहेंगे, बट इसका जज मरीज़ और उसके जो अटेंडर होते हैं वो होते हैं। तो पहली बात ये है कि जान बचाने वाला भगवान ही होता है। हम ये नहीं कहते कि हम हर किसी को यहाँ पे ठीक करते हैं। कभी हमारी कोशिश के बाद भी लोग मर जाते हैं, अपनी सिकनेस ज़्यादा होती है, बट हमेशा हमारा गोल ये होगा, और जो नियरली हम सर्टन करते हैं, कि अटेंडर को कभी भी कंप्लेंट नहीं होगी। हम एक्सप्लेन करके पूरा होगा और वो हमारे एफर्ट अपने आंखों के सामने देखते हैं, और उस पेशेंट चाहे वो बच जाए या वो गुजर जाए, हमें दोनों को सेटिस्फेक्शन होती है कि हमने अपना बेस्ट दे दिया। बाकी हमारे पास अभी जो फैसिलिटीज़ है, गैस्ट्रो है, एंडोस्कोपीज़ यहाँ पे होते हैं। फिर सुपर स्पेशलिटीज़ में हमारे पास नेफ्रोलॉजी है, डायलिसिस सेंटर है। कार्डियो में हम तो OPD जितना होता है, मतलब हार्ट प्रेशर वेशर रिलेटेड चीज़ें वो मैनेज करते हैं, बट जो उसमें मेन चीज़ है कैथ लैब, जिसमें स्टंट पड़ते हैं, वो भी इंस्टॉल हमने कराई है। उसका उद्घाटन हम बहुत ही जल्दी कर रहे हैं। हमारे साथ डॉक्टर अमित गुप्ता जी जो है, मतलब लीडिंग कार्डियोलॉजिस्ट यहाँ पे, वो जुड़ रहे हैं, तो हम वो जल्दी ही रन करा रहे हैं। फिर यूरोलॉजी में आपने पेशेंट देखे होंगे, किसी को पथरी होती है, स्टोन कहीं किडनी विडनी में, जितने भी यूरोलॉजिकल प्रोसीजर हैं हमारे साथ यूरोलॉजिस्ट जुड़े हुए हैं, वो करते हैं। फिर जनरल सर्जरीज़ हो गई, जिसमें पित्त का ऑपरेशन हो गया, हर्निया हो गया, या पेट में कोई रसोड़ी कुछ भी होता है, वो हम करते हैं। उसके बाद नेक्स्ट क्या है कि गायनिकोलॉजिकल, हम जितने भी किसी को सिजेरियन करना होता है, डिलीवरी, सिजेरियन डिलीवरी, या यूट्रस बचदानी निकालनी होती है, वो तो ये सारा। फिर ऑर्थो हमारे पास स्टेट ऑफ आर्ट है। ये एक ऐसा सेंटर है यहाँ पे कि जो जैसे दूरबीन के ज़रिए में रीढ़ की हड्डी में अगर डिस्क होगा उसका ऑपरेशन करते हैं। बाकी ऑर्थो के हमने ऐसे केसेस यहाँ पे किए हैं कि 90 इयर्स तक लोगों को फ्रैक्चर हो गया, 90+ एज थी और वो चल रहे हैं। और ये सारी सर्जरीज़ और ये सारा एक बेहद ही नॉमिनल और मिनिमल पैकेज पे हमारी हर कोई सर्जरी 9,500 से लेकर 19,500 तक है। हाँ, इसमें न्यूरो सर्जरी और ऑन्को सर्जरी बारिंग है। इसी तरह जो मेडिकल पेशेंट्स हमारे पास है, आप देख लो, लिवर के पेशेंट यहाँ पे हैं, किडनी के हैं, फिर हार्ट के पेशेंट हैं, नमूनिया के पेशेंट है, डेंगू पीलिया किसी को हुआ है, किसी की पूरी हालत ख़राब है,
तो जितने भी सिक क्रिटिकल पेशेंट, वेंटिलेटर वाले पेशेंट, वो आईसीयू में हैं। और आईसीयू का ऑब्वियसली वो 19,500 के पैकेज में नहीं आता है, क्योंकि उनको महंगी महंगी दवाइयाँ लगते हैं। उनकी दवाई का ही खर्चा एक दिन में 10-10 हज़ार होता है। बट तब भी अगर बाहर 10 रुपये लगेंगे, यहाँ 3-4 रुपये से ज़्यादा नहीं लगेगा। और आप डिफरेंस फील पेशेंट करेगा कि हम कितनी अच्छी क्वालिटी यहाँ, जिसको कंपैशनेट केयर कहते हैं, कि ऐसा केयर जहाँ डॉक्टर लगे ये भी मरीज़ के घर का हिस्सा है, वैसे हम दें। जहाँ पे ECHS में हमारे पास सारा कवर है। उसके बाद जो आयुष्मान है, आयुष्मान में भी हम सब कवर करते हैं। बट कुछ प्रोसीजर गवर्नमेंट ने खुद के लिए रेस्ट्रिक्टेड रखे होते हैं, जैसे पित्त के हर्निया की सर्जरी है, तो पंजाब गवर्नमेंट ने बोला है कि ये आप सिर्फ सिविल हॉस्पिटल में कर सकते हो, तो वो हमें उसमें पैकेज में आ जाता है। शॉर्ट ऑफ दैट जितने भी हमारे मैक्सिमम पेशेंट अभी PMJ के ही एडमिटेड हैं, अराउंड कोई 40 पेशेंट हैं, उसमें 22-23 PMJ के ही है। तो कार्ड चलता है, अगर वैलिड कार्ड होगा और पैकेज उधर से कवर होता होगा वो पोर्टल पे, तो हम ऑब्वियसली उनको ट्रीट करें। जहाँ पे सुविधा के हिसाब से अगर हम देखेंगे, एक्चुअली ये जितनी बिल्डिंग और इंफ्रास्ट्रक्चर इस जगह के पास है, किसी के पास नहीं है। तो इसीलिए हम, अगर कोई 50 बेड का हॉस्पिटल होता है, उनको किराया, खर्चे, रनिंग कॉस्ट ज़्यादा होते हैं, वो नेचुरली अपना कॉस्ट लोअर नहीं कर सकते हैं। हमें बिल्डिंग है बहुत ज़्यादा है, इनफैक्ट हमारी मैक्सिमम कैपेसिटी 750 बेड की है। अभी जो फंक्शनल हमें जो टारगेट फर्स्ट फेज़ में 100 बेड्स का है, हमें अप्रैल के एंड में 4 पेशेंट थे, 5, और अभी 40 पेशेंट्स हैं हमारे इतने टाइम। और ख़ास कोई एडवर्टीजमेंट नहीं है, वर्ड ऑफ माउथ, एक ठीक हो गया उसने दूसरे को बोला, तीसरे को बोला, ऐसे है। फिर जो फैसिलिटीज़ मैंने आपको बोले, जितने भी मेडिसिन साइड से है, नेफ्रो है, गैस्ट्रो है, कार्डियो आने वाला है, फिर जनरल मेडिसिन हो गया, फिर आपका गायनिकोलॉजी हो गया, सर्जरी हो गया, यूरोलॉजी हो गया, न्यूरो सर्जरी हो गया। न्यूरो सर्जरी में भी हमारे साथ डॉक्टर नितिन जुड़े हुए हैं, हम करते भी प्रोसीजर यहाँ पे हैं। बट न्यूरो सर्जरी 19,500 पैकेज में नहीं होगी, उसका रेट भी लीस्ट मिनिमल होगा, बट वो उसमें नहीं आएगा। जहाँ पे ब्लड बैंक है हमारे पास। प्रोडक्ट्स जो होते हैं उसमें सारे नहीं होते हैं, जैसे सफ़ेद खून होता है, उसमें पीला खून होता है, जैसे उसमें FFP प्लाज्मा, ये वो अभी फैसिलिटी नहीं है, बट होल ब्लड है हमारे पास। हमारा गोल यही है, एंड में मैं यही कहना चाहता हूँ, हम ना कि एक क्वालिटी हेल्थ केयर देना चाहते हैं। हमारा हेल्थ केयर जो है वो क्वालिटी के साथ साथ एफोर्डेबल होना चाहिए। अगर कोई महंगा इलाज हो रहा है, अच्छा हो रहा है, तो फ़ायदा क्या है? हमें एफोर्डेबिलिटी और क्वालिटी को मैच करना है, और ऐसी जगह पे जिधर एनकैचमेंट एरिया में हिमाचल का पेरिफेरल एरिया, J&K का पेरिफेरल एरिया और पंजाब का पेरिफेरल एरिया आता है, तो इस स्पॉट पे हम एक केयर देना चाहते हैं। मेरा इतना ही निवेदन है, जितने भी आपके लोग देखते होंगे, आप प्लीज़ रिव्यू ले लो जिनने यहाँ ट्रीटमेंट कराया है, या आप एक बार फर्स्ट हैंड एक्सपीरियंस यहाँ से ले लो। थैंक यू सो मच।